मिले सुख नाम हर शोभा, चिंता लाए हमारी। और न सूझे दूजी ठार, हार पर्यो तो द्वारी। लेखा छोड़ अलेखा छूटै, हम निर्गुण लेहो उबारी। सदबख सिंध सदा मिरवाना, सबना दे आधारी। नानक दास संत पाशै परयो, राख लियो ए बारी। डंडौत बंदनन कबार, सर्ब कला समरथ। डोलन ते राखो प्रभु, नानक दे कर हथ। काम क्रोध लोभ झूठ निंदा, इनते आप छुड़ावो। ए भीतर ते इनको डारो, आपन निकट बुलावो। अपनी भेद आप जनावो। ਧੰਨ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ, ਬਾਬਾ ਡੋਗਰ ਮਹਾਬਲੀ ਜੀ, ਤਿੰਨਾਂ ਦੇ ਦਰ ਸਥਾਨਾਂ 'ਤੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਪਵਿੱਤਰ ਗੁਰਬਾਣੀ ਦੀ ਵਿਚਾਰ ਬਖਸ਼ਿਸ਼ ਕਰਦੇ ਹਨ। ਆਓ ਕੁਝ ਸਮੇਂ ਵਾਸਤੇ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਕਿਰਪਾ ਕਰਨ। ਇਸ ਤੋਂ ਪਹਿਲਾਂ ਅਨਮਾਣੇ ਨਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਇਹ ਕੁਝ ਸਮੇਂ ਵਾਸਤੇ ਜੋ ਕਹਿਣ ਸੁਣਨ ਦਾ ਸਮਾਂ ਸਤਿਗੁਰਾਂ ਬਖਸ਼ਿਆ ਹੈ, ਇਹਦੇ ਅਨੁਸਾਰ ਜੀਵਨ ਬਣਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਚੱਲ ਰਹੀ ਲਗਾਤਾਰ ਕੁਝ ਸਮੇਂ ਤੋਂ ਗੁਰੂ ਕਿਰਪਾ ਅਨੁਸਾਰ ਪਵਿੱਤਰ ਗੁਰਬਾਣੀ ਦੀ ਜੋ ਵਿਚਾਰ ਹੈ, ਉਸ ਅਨੁਸਾਰ ਅੱਜ ਦਾ ਜੋ ਸ਼ਬਦ ਆਰੰਭ ਹੋ ਰਿਹਾ ਹੈ, ਪੰਨਾ 996 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਰੂ ਮਹੱਲਾ ਚੌਥਾ। ਮਾਰੂ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤ ਕਰਦੇ ਹਨ, ਜਿਸ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਭਾਈ ਜਿਵੇਂ ਸੰਸਾਰ 'ਤੇ ਹਰੇਕ ਮਨੁੱਖ ਚਾਹੁੰਦਾ ਹੈ ਮੇਰੇ ਕੋਲ ਕੋਈ ਧਨ ਮਾਇਆ ਪਦਾਰਥ ਆ ਜਾਵੇ, ਮੈਨੂੰ ਕੋਈ ਲਾਭ ਹੋ ਸਕੇ, ਮੇਰੇ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਨੂੰ ਲਾਭ ਮਿਲ ਜਾਵੇ। ਆਮ ਕਰਕੇ ਸਭ ਤੋਂ ਵੱਡੀ ਮਨੁੱਖ ਦੀ ਇਹੀ ਇੱਛਾ ਰਹਿੰਦੀ ਹੈ। ਸਤਿਗੁਰਾਂ ਦਾ ਫਰਮਾਨ ਹੈ, ਮਾਇਆ ਮਨੋ ਨ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਸਤਿਗੁਰਾਂ 'ਤੇ ਇਹ ਫਰਮਾਨ ਕੀਤਾ ਪਰਮੇਸ਼ਰ ਦਾ ਜੋ ਹੁਕਮ ਹੈ ਕਿ ਕਦੇ ਵੀ ਸਵਾਸ ਜਿਹੜਾ ਹੈ ਨਾਮ ਤੋਂ ਖਾਲੀ ਨਾ ਜਾਵੇ। ਪਰ ਕਹਿੰਦੇ ਸੰਸਾਰ ਦੇ ਜੀਵਾਂ ਦੀ ਐਸੀ ਹਾਲਤ ਹੈ, ਇਹ ਹਰ ਸਵਾਸ ਦੇ ਨਾਲ ਮਾਇਆ ਹੀ ਮੰਗਦੇ ਹਨ, ਮਾਇਆ ਦੀ ਪੂਜਾ ਕਰਦੇ ਹਨ। ਮਾਇਆ ਨੂੰ ਮੰਗਣ ਵਾਸਤੇ ਧਰਮ ਤੋਂ ਧਰਮ ਵਿੱਚ ਚਲੇ ਜਾਂਦੇ ਹਨ, ਆਪਣੇ ਧਰਮ ਨੂੰ ਛੱਡ ਕੇ ਦੂਜੇ ਬਾਨੇ ਭੱਜ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਦੀ ਇੱਕ ਇੱਛਾ ਹੁੰਦੀ ਹੈ, ਉਹ ਕਹਿੰਦੇ ਨਾਮ ਦਾ ਧਨ ਚਾਹੀਦਾ ਹੈ। ਕਿਉਂਕਿ ਨਾਮ ਦਾ ਧਨ ਐਸਾ ਹੈ, ਜਿਹਦੇ ਕੋਲ ਨਾਮ ਦਾ ਧਨ ਹੈ ਉਹਦੇ ਬਰਾਬਰ ਕੋਈ ਚੱਕਰਵਰਤੀ ਪਾਤਸ਼ਾਹ ਵੀ ਬਾਦਸ਼ਾਹ ਨਹੀਂ ਬਣ ਸਕਦਾ। ਵੱਡੇ ਤੋਂ ਵੱਡਾ ਕੋਈ ਸੂਰਮਾ ਕਹਾਉਣ ਵਾਲਾ ਜਾਂ ਕੋਈ ਹੋਰ ਕਿਸੇ ਤਾਕਤ ਨੂੰ ਵਸ ਜਿਹਨੇ ਕੀਤਾ ਹੋਵੇ, ਉਹ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ।
ਸਤਿਗੁਰਾਂ ਫਰਮਾਨ ਗੁਰਬਾਣੀ ਵਿੱਚ ਕੀਤਾ ਹੈ, ਭਗਤ ਬਰਾਬਰ ਔਰ ਨਾ ਕੋਏ। ਇਸ ਕਰਕੇ ਜਿਹਨੂੰ ਵੀ ਕੋਈ ਪਦਾਰਥ ਮਿਲਿਆ, ਕੋਈ ਸਹੂਲਤ ਮਿਲੀ ਹੈ, ਉਹ ਪਿਛਲੇ ਕਿਸੇ ਐਸੇ ਕਰਮ ਦੇ ਕਾਰਨ ਹੀ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਭਾਈ ਅਸੀਂ ਪਰਮੇਸ਼ਰ ਕੋਲੋਂ ਨਾਮ ਦੀ ਪੂੰਜੀ ਚਾਹੁੰਦੇ ਹਾਂ। ਕੋਈ ਸਾਨੂੰ ਦੱਸਣਾ ਕਰੇ ਜਿੱਥੋਂ ਇਹ ਧਨ ਮਿਲ ਜਾਵੇ, ਮੁੜ ਕੇ ਕਿਸੇ ਧਨ ਨੂੰ ਮੰਗਣ ਦੀ ਲੋੜ ਨਹੀਂ ਰਹਿੰਦੀ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਜਿਹਨੇ ਸੱਚੇ ਨਾਮ ਦੀ ਸੰਭਾਲ ਕਰ ਲਈ, ਸੱਚੇ ਪਰਮੇਸ਼ਰ ਨੂੰ ਸੰਭਾਲ ਲਿਆ, ਯਾਦ ਕਰ ਲਿਆ, ਉਹਦੇ ਕੋਲ ਫਿਰ ਆਪੇ ਸਭ ਕੁਝ ਪਿੱਛੇ ਆ ਜਾਂਦਾ ਹੈ। ਸਤਿਗੁਰੂ ਜੀ ਇਸ ਪ੍ਰਕਾਰ ਸਾਨੂੰ ਜਾਚ ਦੱਸੀ ਹੈ ਕਿ ਭਾਈ ਉਸ ਪਰਮੇਸ਼ਰ ਗਾੜੀ ਕਿਵੇਂ ਬੇਨਤੀ ਕਰਨੀ ਹੈ। ਇੱਥੋਂ ਵਿਚਾਰ ਦੀ ਆਰੰਭਤਾ ਹੋ ਰਹੀ ਹੈ। ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂ ਪੂੰਜੀ ਨਾਮ ਦਸਾਏ ਦਾ ਕੋ ਦੱਸੇ ਹਰ ਤਨ ਰਾਸ। ਹਾਂ ਪੂੰਜੀ ਨਾਮ ਦਸਾਏ ਦਾ ਕੋ ਦੱਸੇ ਹਰ ਤਨ ਰਾਸ। ਹੇ ਭਾਈ ਮੈਂ ਨਾਮ ਰੂਪੀ ਪੂੰਜੀ ਨੂੰ, ਨਾਮ ਰੂਪ ਧਨ ਨੂੰ ਪੁੱਛਦਾ ਹਾਂ। ਐਸਾ ਕੋਈ ਹੈ ਜੋ ਮੈਨੂੰ ਸੱਚਾ ਹਰੀ ਨਾਮ ਧਨ ਦੱਸਣਾ ਕਰੇ? ਹੋਰ ਤੇ ਸਲਾਹਾਂ ਸੰਸਾਰ ਦੇ ਲੋਕ ਬੜੇ ਦੱਸ ਦਿੰਦੇ ਹਨ, ਆਹ ਕੰਮ ਕਰ, ਇਹਦੇ ਵਿੱਚ ਖੇਚਲ ਘੱਟ ਹੈ, ਖਰਚਾ ਘੱਟ ਹੈ, ਲਾਭ ਜ਼ਿਆਦਾ ਹੈ। ਪਰ ਕਹਿੰਦੇ ਮੈਨੂੰ ਕੋਈ ਉਹ ਮਿਲੇ ਜਿਹੜਾ ਨਾਮ ਦੇ ਧਨ ਦੀ ਪ੍ਰਾਪਤੀ ਦੱਸ ਦੇਵੇ। ਕਿੱਥੋਂ ਮਿਲੇਗੀ? ਹਾਂ ਤਿਸ ਵੇਟੋਂ ਖਨ ਖੰਨੀਐ, ਮੈਂ ਮੇਲੇ ਹਰ ਪ੍ਰਭ ਪਾਸ। ਕਹਿੰਦੇ ਜੇ ਮੈਨੂੰ ਐਸਾ ਕੋਈ ਮਿਲ ਜਾਵੇ ਧਨ ਦੱਸਣ ਵਾਲਾ, ਜਿਹਦੇ ਕੋਲ ਨਾਮ ਦੇ ਧਨ ਦਾ ਪਤਾ ਹੋਵੇ, ਮੈਨੂੰ ਕੋਈ ਦੱਸ ਦੇਵੇ ਤੇ ਮੈਂ ਉਸ ਦੇ ਉੱਪਰੋਂ ਖੰਨੀਏ ਤੋਂ ਭਾਵ ਹੁੰਦਾ ਟੁਕੜੇ ਟੁਕੜੇ ਹੋ ਕੇ ਬਲਿਹਾਰ ਜਾਂਦਾ ਹਾਂ, ਜੋ ਮੈਨੂੰ ਹਰੀ ਪ੍ਰਭੂ ਦੇ ਪਾਸ ਮੇਲਣਾ ਕਰੇ। ਇਸ ਕਰਕੇ ਉਹਦੇ ਬਰਾਬਰ ਹੋਰ ਕੋਈ ਮੁੱਲ ਹੈ ਹੀ ਨਹੀਂ। ਨਾਮ ਦਾ ਮੁੱਲ ਕੌਣ ਦੇਵੇਗਾ? ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਉਹਦਾ ਇੱਕ ਹੀ ਮੁੱਲ ਹੈ ਕਿ ਸ਼ਰਧਾ ਵਿਸ਼ਵਾਸ। ਜੇ ਉਹ ਕੋਲ ਹੋਵੇ ਤੇ ਉਹ ਤਾਂ ਮਿਲਦਾ ਉਹਦੀ ਕਿਰਪਾ ਦੇ ਨਾਲ। ਤੇ ਸਤਿਗੁਰੂ ਜੀ ਕਹਿੰਦੇ ਐਸਾ ਕੋਈ ਮਿਲ ਜਾਵੇ, ਮੈਂ ਅੰਤਰ ਪ੍ਰੇਮ ਪਿਰਮ ਕਾ ਕਿਉਂ ਸੱਜਣ ਮਿਲੈ ਮਿਲਾਸ। ਮੇਰੇ ਅੰਦਰ ਪਤੀ ਪ੍ਰਮਾਤਮਾ ਦਾ ਪ੍ਰੇਮ ਲੱਗ ਰਿਹਾ ਹੈ, ਉਹ ਸੱਜਣ ਮੈਨੂੰ ਕਿਵੇਂ ਮਿਲੇਗਾ? ਉਸ ਨਾਲ ਮਿਲਣ ਦੀ ਮੈਨੂੰ ਆਸ ਲੱਗ ਰਹੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਖੰਭ ਵਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਇਸ ਵਿਚਾਰ ਨੂੰ ਕਈਆਂ ਨੇ ਇਸ ਪ੍ਰਕਾਰ ਵੀ ਦੱਸਿਆ ਹੈ। ਸੰਗਤ ਵਿੱਚ ਜੋ ਪਰਮੇਸ਼ਰ ਦਾ ਜਸ ਕਰਦੇ ਹਨ, ਕਹਿੰਦੇ ਹਨ ਉੱਡ ਕੇ ਗੁਰਾਂ ਨੂੰ ਮਿਲੀਏ, ਜੇ ਖੰਭ ਵਿਕਦੇ ਹੋਣ ਬਜ਼ਾਰੀ। ਜੇ ਕਿਤੇ ਬਾਜ਼ਾਰ ਦੇ ਵਿੱਚ ਵਿਕਦੇ ਹੋਣ ਤਾਂ ਮੈਂ ਉਹ ਖੰਭ ਖਰੀਦ ਕੇ ਤੇ ਪਰਮੇਸ਼ਰ ਨੂੰ ਮਿਲ ਪਵਾਂ। ਉਹ ਖੰਭ ਕਿਹੜੇ ਹਨ? ਤਿਆਗ ਵਿਰਾਗ ਦੇ, ਪ੍ਰੇਮ ਤੇ ਸ਼ਰਧਾ ਦੇ। ਤੇ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਹੋਏ ਤੇ ਇੱਕ ਸਾਖੀ ਵੀ ਆਉਂਦੀ ਹੈ, ਜਿਹੜੀ ਭੋਗ ਵਾਲੀ ਪੋਥੀ ਹੈ ਉਹਦੇ ਵਿੱਚ ਵੀ ਆਪ ਸਰਵਣ ਕਰੋਗੇ। ਉਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ, ਕਿਉਂਕਿ ਗੁਰੂ ਨਾਨਕ ਦਾ ਘਰ ਐਸਾ ਹੈ ਜਿਹੜੇ ਪਹਿਲਾਂ ਵੀ ਕੋਈ ਅਵਤਾਰ ਮਹਾਂਪੁਰਖ ਪੈਗੰਬਰ ਹੋ ਚੁੱਕੇ ਹਨ, ਉਹਨਾਂ ਦੀ ਜੇ ਇੱਛਾ ਹੋਈ ਹੈ ਤੇ ਇਸ ਘਰ ਵਿੱਚ ਆ ਕੇ ਉਹਨਾਂ ਵੀ ਹਾਜ਼ਰੀ ਲਵਾਈ ਹੈ। ਗੁਰੂ ਨਾਨਕ ਦੇ ਘਰ ਵਿੱਚ ਭਾਵੇਂ 10 ਪਾਤਸ਼ਾਹੀਆਂ ਤੋਂ ਕਿਸੇ ਗੁਰੂ ਦਾ ਸਮਾਂ ਸੀ,
ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਮੁਕਤੀ ਮਿਲਣੀ ਹੈ ਤੇ ਗੁਰੂ ਨਾਨਕ ਦੇ ਘਰ ਨੂੰ ਮਿਲਣੀ ਹੈ, ਜਿਹਨੂੰ ਕਿਤੇ ਉਹ ਨਹੀਂ ਮਿਲੀ। ਅਸੀਂ ਅੱਜ ਇਸ ਘਰ 'ਤੇ ਵਿਸ਼ਵਾਸ ਬਹੁਤ ਘੱਟ ਕਰਦੇ ਹਾਂ ਤੇ ਹੋਰ ਪਾਸੇ ਭਟਕਦੇ ਹਾਂ। ਪਰ ਵੇਖੋ, ਜਿਨ੍ਹਾਂ ਨੂੰ ਅਸੀਂ ਮੰਨਣ ਜਾਂਦੇ ਹਾਂ ਉਹ ਸਾਰੇ ਇਹਨਾਂ ਦੇ ਦਰ 'ਤੇ ਆ ਕੇ ਝੁਕਦੇ ਰਹੇ। ਤੇ ਉਸ ਵੇਲੇ ਨਾਰਦ ਮੁਨੀ ਜਿਹੜਾ ਹੈ, ਉਹਦੇ ਮਨ ਵਿੱਚ ਵਿਚਾਰ ਆਈ ਕਿ ਕਲਯੁਗ ਦੇ ਵਿੱਚ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੂੰ ਪਰਮੇਸ਼ਰ ਅਕਾਲ ਪੁਰਖ ਨੇ ਆਪਣਾ ਸੱਚਾ ਪੁੱਤਰ, ਆਪਣਾ ਸਰੂਪ ਦੇ ਕਰਕੇ, ਆਪਣੀ ਸਿੱਖਿਆ ਦੇ ਕਰਕੇ ਆਪਣਾ ਪੁੱਤਰ ਥਾਪ ਕੇ ਸੰਸਾਰ 'ਤੇ ਭੇਜਿਆ ਹੈ, ਜ਼ੁਲਮ ਨੂੰ ਖਤਮ ਕਰਨ ਵਾਸਤੇ, ਧਰਮ ਨੂੰ ਕਾਇਮ ਕਰਨ ਵਾਸਤੇ। ਤੇ ਉਹ ਪਰਮੇਸ਼ਰ ਦਾ ਰੂਪ ਹਨ ਅਤੇ ਸੂਰਮੇ ਵੀ, ਦਾਨੀ ਵੀ, ਹਰ ਪ੍ਰਕਾਰ ਉਹਨਾਂ ਦੇ ਵਿੱਚ ਸਾਰੀਆਂ ਹੀ ਸ਼ਕਤੀਆਂ ਹਨ, ਬਰਕਤਾਂ ਹਨ। ਤੇ ਮੈਂ ਵੀ ਉਹਨਾਂ ਦੇ ਜਾ ਕੇ ਦਰਸ਼ਨ ਪਰਸਨਾ ਕਰਾਂ, ਮੇਰਾ ਵੀ ਇਹ ਜਿਹੜਾ ਹੈ ਸਮਾਂ ਸਫਲਾ ਹੋ ਸਕੇ। ਤੇ ਕਹਿੰਦੇ ਉਸ ਵੇਲੇ ਨਾਰਦ ਮੁਨੀ ਨੇ ਵਿਚਾਰਿਆ ਕਿ ਸਿਆਣਿਆਂ ਦੀ ਸਿੱਖਿਆ ਹੈ, ਕਿਸੇ ਸੰਤ ਕੋਲ ਜਾਣਾ ਹੋਵੇ, ਵੈਦ ਹਕੀਮ ਕੋਲ ਜਾਣਾ ਹੋਵੇ, ਰਾਜੇ ਕੋਲ ਜਾਣਾ ਹੋਵੇ ਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਰਾਜ ਵੈਦ ਗੁਰ ਜੋਤਸ਼ੀ ਇਨਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਜੇ ਫਲ ਪਾਏ। ਇਸ ਪ੍ਰਕਾਰ ਜ਼ਿਕਰ ਆਉਂਦਾ ਹੈ। ਉਹਨੇ ਸੋਚਿਆ ਹੁਣ ਭੇਟਾ ਕੋਈ ਖੜੀਏ ਤੇ ਭੇਟਾ ਖੜਾਂ ਕਿਹੜੀ। ਉਸ ਵੇਲੇ ਉਹਨੂੰ ਇੱਕ ਐਸੀ ਭੇਟਾ ਮਨ ਵਿੱਚ ਵਿਚਾਰ ਆਈ, ਉਹਦਾ ਖਿਆਲ ਆਇਆ ਕਿ ਉਹ ਬੜੀ ਅਚਰਜ ਚੀਜ਼ ਹੈ। ਜਿਵੇਂ ਗੁਰੂ ਦੀ ਤਾਕਤ ਕਹਿਣ ਤੋਂ ਬੇਅੰਤ ਹੈ, ਤੇ ਭੇਟਾ ਵੀ ਐਸੀ ਕੋਈ ਲੱਭੇ ਜਿਹੜੇ ਨਾਲ ਗੁਰੂ ਦੀ ਵੀ ਪ੍ਰਸੰਨਤਾ ਪ੍ਰਾਪਤ ਹੋ ਜਾਵੇ ਸਾਨੂੰ, ਤੇ ਸਾਡੇ 'ਤੇ ਕਿਰਪਾ ਹੋ ਜਾਵੇ। ਉਸ ਵੇਲੇ ਇੱਕ ਉਹਨੂੰ ਗਿਆਨ ਚੇਤਾ ਆਇਆ ਕਿ ਹੁਮਾਓ ਪੰਛੀ ਹੈ, ਉਹਦੇ ਖੰਭ ਲੈ ਕਰਕੇ ਸਤਿਗੁਰਾਂ ਦੀ ਭੇਟਾ ਲੈ ਕੇ ਜਾਵਾਂ। ਜਿਵੇਂ ਕਈ ਬੱਚਿਆਂ ਨੂੰ ਡਰਾਉਣ ਵਾਸਤੇ ਕਹਿੰਦੇ ਤੇ ਮਾਹੂ ਆ ਗਿਆ। ਮਾਹੂ ਦਾ ਭਾਵ ਹੁੰਦਾ ਇੱਕ ਹੁਮਾਓ ਜਾਨਵਰ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਫਰਨਾਮੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਹੈ। ਹੁਮਾਓ ਐਡਾ ਵੱਡਾ ਜਾਨਵਰ ਹੈ, ਕੋਈ ਮੰਨੇ ਜਾਂ ਨਾ ਮੰਨੇ, ਪਰ ਲਿਖਿਆ ਹੈ ਗ੍ਰੰਥਾਂ ਵਿੱਚ ਕਿ ਜਿਹੜਾ ਉਹ ਹਾਥੀ ਨੂੰ ਆਪਣੇ ਪਹੁੰਚਿਆਂ ਵਿੱਚ ਇਵੇਂ ਫੜ ਕੇ ਲੈ ਜਾਂਦਾ ਜਿਵੇਂ ਇੱਲ ਚੂਚੇ ਨੂੰ ਲੈ ਜਾਂਦੀ। ਚਾਰਨ ਕਰੋ ਸ੍ਰੀ ਵਾਹਿਗੁਰੂ। ਐਡਾ ਵੱਡਾ ਉਹਦਾ ਬਲ ਹੈ ਤੇ ਐਡਾ ਵੱਡਾ ਉਹਦਾ ਆਕਾਰ ਹੈ। ਤੇ ਉਹ ਜਾਨਵਰ ਜਿਹੜਾ ਹੈ ਉੱਡ ਕੇ ਜਾਂਦਾ ਹੈ ਤੇ ਇੱਕ ਬਹੁਤ ਦੂਰ ਤੱਕ ਉਹਦੀ ਉਡਾਰੀ, ਬੜਾ ਉੱਚੀ ਉਡਾਰੀ ਉਹ ਘੁੰਮ ਲੈਂਦਾ ਹੈ। ਇਸ ਕਰਕੇ ਉਹਨੇ ਉਹ ਹਮਾ ਜਾਨਵਰ ਦੇ ਖੰਭ ਜਿਹੜੇ ਸਨ ਉਹ ਲੈ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਤੇ ਆ ਕੇ ਨਮਸਕਾਰ ਕੀਤੀ, ਦਰਸ਼ਨ ਪਰਸਨੇ ਕੀਤੇ, ਬਚਨ ਬਿਲਾਸ ਹੋਏ। ਉਹ ਭੇਟਾ ਕੇ ਰੱਖ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਦੋਂ ਗਿਆ ਵਾਪਸ, ਤੇ ਸਿੰਘ ਮਹਾਰਾਜ ਨੂੰ ਪੁੱਛਣ ਲੱਗੇ, ਮਹਾਰਾਜ ਇਹ ਕੌਣ ਸੀ? ਇਹ ਕੌਣ ਆਤਮਾ ਹੈ ਜੋ ਆਪ ਜੀ ਦੀ ਸ਼ਰਨ ਵਿੱਚ ਆਇਆ? ਸਤਿਗੁਰੂ ਜੀ ਕਹਿੰਦੇ, ਭਾਈ ਇਹ ਨਾਰਦ ਮੁਨੀ ਹੈ। ਤੇ ਕਹਿੰਦੇ ਇਹ ਖੰਭ ਜੇ ਕਾਹਦੇ ਵਾਸਤੇ ਲੈ ਆਇਆ? ਹੁਣ ਜਿਹਨੂੰ ਪਤਾ ਨਹੀਂ ਉਹਨੇ ਤੇ ਕਹਿਣਾ ਪਤਾ ਨਹੀਂ ਕੀ ਲੈ ਆਇਆ, ਮਾਮੂਲੀ ਜੀ ਗੱਲ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਇੱਥੇ ਸਿੰਘ ਸੂਰਮੇ ਜਿਹੜੇ ਹਨ ਉਹ ਸ਼ਸਤਰਧਾਰੀ ਹਨ ਤੇ ਜੰਗ ਯੁੱਧ ਦੇ ਵਿੱਚ ਉਹਨਾਂ ਨੂੰ ਸ਼ਸਤਰਾਂ ਦੀ ਲੋੜ ਪੈਂਦੀ ਹੈ। ਇਹ ਜਿਹੜੇ ਖੰਭ ਐਸੇ ਹਨ, ਇਹਨਾਂ ਵਿੱਚ ਸ਼ਕਤੀ ਹੈ। ਤੁਹਾਨੂੰ ਦੱਸਦੇ ਹਾਂ, ਸਤਿਗੁਰਾਂ ਨੇ ਆਪਣੇ ਤੀਰਾਂ ਦੇ ਨਾਲ ਜੋੜ ਕੇ ਜਦੋਂ ਉਹ ਖੰਭਾਂ ਨੂੰ ਚਲਾਉਣਾ ਕੀਤਾ ਤੇ ਸਤਿਗੁਰੂ ਜੀ ਕਹਿੰਦੇ, ਭਾਈ ਧਿਆਨ ਰੱਖਿਓ, ਇਹ ਫੜ ਕੇ ਲਿਆਉਣੇ ਹਨ ਦੁਬਾਰਾ, ਜਿੱਥੇ ਜਾ ਕੇ ਡਿੱਗਣ। ਬੜੀ ਦੂਰ ਤੱਕ ਸਿੰਘਾਂ ਨੇ ਨਜ਼ਰ ਰੱਖੀ, ਪਰ ਇੰਨੇ ਉਚਾਈ 'ਤੇ ਆਕਾਸ਼ ਵੱਲ ਉੱਡ ਗਏ, ਕਿਸੇ ਨੂੰ ਦਿਸੇ ਨਹੀਂ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਵਾਪਸ ਮੁੜ ਕੇ ਆਉਂਦਿਆਂ ਦਾ ਪਤਾ ਨਹੀਂ ਲੱਗਾ, ਆਏ ਨਹੀਂ। ਕਹਿਣ ਲੱਗੇ, ਮਹਾਰਾਜ ਸਾਨੂੰ ਦਿਸੇ ਨਹੀਂ, ਕੀ ਕਾਰਨ ਹੈ? ਆਪ ਤੇ ਕਹਿੰਦੇ ਬੜੀ ਵੱਡੀ ਚੀਜ਼ ਹੈ, ਪਰ ਇਹ ਤੇ ਲੱਭੇ ਨਹੀਂ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇੱਕ ਤੁਹਾਨੂੰ ਮਿਸਾਲ ਦਿੱਤੀ ਹੈ ਇੱਕ ਤੀਰ ਚਲਾ ਕਰਕੇ। ਇਹ ਖੰਭ ਐਸੇ ਹਨ ਜਿਹੜੇ ਹਮਾਓ ਦੇਸ਼ ਵਿੱਚ, ਹਮਾ ਇਲਾਕੇ ਦੇ ਵਿੱਚ ਇਹ ਰਹਿੰਦੇ ਹਨ। ਇਹ ਜਿਹੜੇ ਖੰਭ ਹਨ, ਜਿਹੜੀ ਚੀਜ਼ ਦੇ ਨਾਲ ਲੱਗ ਜਾਣ ਉਹਨੂੰ ਉਸੇ ਟਿਕਾਣੇ ਲੈ ਜਾਂਦੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ, ਇਸ ਕਰਕੇ
ਇਹਦੇ ਨਾਲ ਸਿੱਖਿਆ ਮਿਲਦੀ ਹੈ ਕਿ ਭਾਈ ਇਸੇ ਤਰ੍ਹਾਂ ਜਿਹਦੇ ਕੋਲ ਗੁਰੂ ਨੇ ਤਿਆਗ ਵਿਰਾਗ ਸ਼ਰਧਾ ਪ੍ਰੇਮ ਦੇ ਖੰਭ ਦਿੱਤੇ ਹਨ, ਉਹ ਆਪਣੇ ਗੁਰੂ ਨਾਲ ਮਿਲ ਸਕਦਾ ਹੈ। ਜਿਹਦੇ ਕੋਲ ਬਾਣੀ ਤੇ ਬਾਣਾ ਹੈ, ਸਤਿਗੁਰਾਂ ਉੱਤੇ ਚਾਰਨ ਕੀਤਾ, ਬਾਣੀ ਬਾਣਾ ਪੰਖ ਪਛਾਨੋ ਸਿੱਖ ਗੁਰੂ ਕਾ ਪੰਛੀ ਜਨ। ਕਹਿੰਦੇ ਬਾਣੀ ਤੇ ਬਾਣਾ ਦੋ ਖੰਭ ਹਨ। ਜਿਹੜੇ ਕਹਿੰਦੇ ਸਾਨੂੰ ਬਾਣੇ ਦੀ ਲੋੜ ਨਹੀਂ, ਮਨ ਸਾਫ ਚਾਹੀਦਾ ਹੈ, ਅਤੇ ਗੁਰੂ ਦੀ ਮਰਜ਼ਾਦਾ ਤੋਂ ਬਾਹਰ ਹਨ, ਗੁਰੂ ਦੀ ਉਹ ਖੁਸ਼ੀ ਨਹੀਂ ਪ੍ਰਾਪਤ ਕਰ ਸਕਦੇ, ਗੁਰੂ ਉਹਨਾਂ 'ਤੇ ਖੁਸ਼ ਨਹੀਂ। ਸਭ ਤੋਂ ਪਿਆਰੀ ਸਤਿਗੁਰਾਂ ਨੇ ਰਹਿਤ ਨੂੰ ਦੱਸਿਆ ਹੈ। ਜਿਹੜਾ ਗੁਰੂ ਦੀ ਨਿਸ਼ਾਨੀ ਨੂੰ ਲੁਕਾਉਂਦਾ ਹੈ, ਗੁਰੂ ਕਾ ਸਿੱਖ ਨਹੀਂ। ਜਿਨ ਗੁਰ ਗੋਪਿਆ ਆਪਣਾ ਸੇ ਨਰ ਬੁਰਿਆਰੀ। ਇਸ ਕਰਕੇ ਉਹਨਾਂ ਦੇ ਦਰਸ਼ਨ ਵੀ ਕਰਨਾ ਮਾੜਾ, ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਲੁਕਾਉਂਦਾ, ਗੁਰੂ ਕੀ ਦਾਤ ਨੂੰ ਛੁਪਾਉਂਦਾ ਹੈ। ਗੁਰੂ ਕੀ ਸਾਧ ਸੰਗਤ ਇਸੇ ਪ੍ਰਕਾਰ ਸਤਿਗੁਰਾਂ ਤਾਂ ਕਿਆ ਖੰਭ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਇਹ ਇਸੇ ਤਰ੍ਹਾਂ ਦੱਸਣਾ ਕੀਤਾ ਹੈ। ਅਤੇ ਸਤਿਗੁਰੂ ਜੀ ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ, ਖਾਲਸੇ ਨੂੰ, ਭਾਈ ਇਹ ਜਿਹੜੇ ਤੀਰਾਂ ਦੇ ਨਾਲ ਲੱਗ ਕੇ ਤੀਰਾਂ ਨੂੰ ਚਲਾਇਆ ਜਾਵੇਗਾ, ਬੜੀ ਦੂਰ ਤੱਕ ਉਹ ਤੀਰ ਜਾ ਸਕਦੇ ਹਨ। ਇਹ ਐਸੀ ਭੇਟਾ ਵਿਚਾਰ ਕਰਕੇ ਨਾਰਦ ਮੁਨੀ ਇਸ ਦਰਬਾਰ ਵਿੱਚ ਲਿਆਇਆ ਹੈ ਅਤੇ ਆਪਣੇ ਸਮੇਂ ਨੂੰ ਸਫਲ ਕਰਨ ਵਾਸਤੇ ਗੁਰੂ ਨਾਨਕ ਦੇ ਘਰ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਕੇ ਗਿਆ ਹੈ। ਹੁਣ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਕੋਈ ਐਸਾ ਪਰਮੇਸ਼ਰ ਦਾ ਪਿਆਰਾ ਮੈਨੂੰ ਸੱਜਣ ਮਿਲ ਜਾਵੇ, ਮੇਰੇ ਮਨ ਵਿੱਚ ਆਸ ਹੈ ਇਹਨੂੰ ਮਿਲਣ ਦੀ, ਜਿਸ ਕਾਰਨ ਮੈਂ ਉਹਦੇ ਨਾਲ ਮਿਲ ਸਕਾਂ ਅਤੇ ਨਾਮ ਦਾ ਧਨ ਮਿਲ ਜਾਵੇ। ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ। ਹੇ ਪਿਆਰਿਆ ਮਿੱਤਰਾ, ਮੇਰੇ ਮਨ ਵਿੱਚ ਹਰ ਹਰ ਨਾਮ ਧਨ ਦੀ ਪੂੰਜੀ ਸ਼ਰਧਾ ਹੈ। ਜਿਵੇਂ ਸਾਡੇ ਮਨ ਵਿੱਚ ਹੋਰ ਸ਼ਰਧਾ ਹੁੰਦੀ ਹੈ, ਦੁਨੀਆ ਦੀਆਂ ਸੁੱਖ ਸਹੂਲਤਾਂ ਮਿਲ ਜਾਣ, ਉਹਦੇ ਵਿੱਚ ਮਨ ਹੁੰਦਾ ਹੈ, ਇੱਛਾ ਹੁੰਦੀ ਹੈ। ਅਤੇ ਰੱਬ ਦੇ ਪਿਆਰੇ ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਵੇ ਤੁਮਾਰੀ। ਕਹਿੰਦੇ ਉਹ ਵਪਾਰ ਕਰੋ, ਉਹ ਧਨ ਖੱਟੋ ਜਿਹੜਾ ਇੱਥੇ ਵੀ ਕੰਮ ਦੇਵੇ ਅਤੇ ਅਗਲੇ ਪਾਸੇ ਵੀ ਉਹ ਸਹਾਇਕ ਹੋਵੇ, ਦਰਗਾਹ ਦੇ ਵਿੱਚ ਵੀ। ਉਹ ਨਾਮ ਤੋਂ ਬਿਨਾਂ ਕੋਈ ਹੋਰ ਐਸੀ ਵਸਤੂ ਨਹੀਂ। ਪੁੰਨ ਦਾਨ ਅਨੇਕ ਕਰਨੀ, ਨਾਮ ਤੁਲਨਾ ਸਮਸਰੇ। ਗੁਰਪੂਰੇ ਨਾਮ ਦਿਰੜਾਇਆ, ਹਰ ਧੀਰਕ ਹਰ ਸਾਬਾਸ ਰਹਾ। ਜਿਨ੍ਹਾਂ ਨੂੰ ਪੂਰਿਆਂ ਗੁਰਾਂ ਨੇ ਨਾਮ ਦ੍ਰਿੜ ਕਰਵਾਇਆ ਹੈ, ਉਹਨਾਂ ਨੂੰ ਹਰੀ ਨੇ ਧੀਰਜ ਤਾਈ ਅਤੇ ਧਨਤਾ ਯੋਗ ਵਸਤੂ ਦਿੱਤੀ ਹੈ। ਦ੍ਰਿੜਾਏ ਤੋਂ ਭਾਵ ਇਹ ਹੁੰਦਾ ਹੈ ਕਿ ਜਿਹੜੇ ਪ੍ਰਪੱਕ ਹੋ ਗਏ ਹਨ ਨਾਮ ਸਿਮਰਨ ਵਿੱਚ, ਨਿਤਨੇਮ ਦੇ ਵਿੱਚ, ਗੁਰੂ ਕੀ ਰਹਿਤ ਵਿੱਚ, ਉਹ ਕਹਿੰਦੇ ਗੁਰੂ ਨੇ ਸਾਨੂੰ ਇਹ ਪੱਕਾ ਇਹ ਦ੍ਰਿੜ ਕਰਵਾ ਦਿੱਤਾ ਹੈ ਨਿਯਮ ਕਿ ਹੁਣ ਅਸੀਂ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਜੀ ਕਹਿੰਦੇ ਉਹਨਾਂ 'ਤੇ ਅਪਾਰ ਬੇਸ਼ੁਮਾਰ ਉਹ ਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਫਿਰ ਉਹ ਸਦਾ ਹੀ ਆਨੰਦ ਵਿੱਚ, ਲੋਕ ਪਰਲੋਕ ਵਿੱਚ ਸੌਖੇ ਰਹਿੰਦੇ ਹਨ ਅਤੇ ਉਹਨਾਂ ਦੀ ਵਡਿਆਈ ਹੁੰਦੀ ਹੈ। ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ। ਹੇ ਹਰ ਹਰ, ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ, ਇਹ ਸਾਰਿਆਂ ਦੇ ਔਗਣਾਂ ਨੂੰ ਹਰਨ ਵਾਲਾ, ਸਾਰਿਆਂ ਦੇ ਮਨ ਨੂੰ ਹਰਨ ਵਾਲਾ, ਹਰ ਥਾਂ 'ਤੇ ਹਰ ਸਮੇਂ ਵਸਣ ਵਾਲਾ ਉਹ ਹਰੀ। ਹੇ ਪਰਮੇਸ਼ਰ ਐਸੇ ਵਾਹਿਗੁਰੂ, ਆਪ ਮੈਨੂੰ ਗੁਰਾਂ ਨਾਲ ਮਿਲਾਵਣਾ ਕਰੋ, ਕਿਉਂਕਿ ਮੈਂ ਸੁਣਿਆ ਕਿ ਤੇਰਾ ਨਿਯਮ ਹੈ, ਜਿਹਨੂੰ ਤੂੰ ਗੁਰੂ ਨਾਲ ਮਿਲਾਉਂਦਾ ਹੈ ਤੂੰ ਤਾਂ ਉਹਨਾਂ ਨੂੰ ਮਿਲਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹੋਏ ਵਿਚੋਲਾ ਆਣ ਮਿਲਾਵੇ, ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕਹਿੰਦੇ ਉਹ ਵਿਚੋਲੇ ਤੋਂ ਬਲਿਹਾਰ ਜਾਈਏ ਜਿਹੜਾ ਸੱਚਾ ਸੰਜੋਗ ਬਣਾ ਦੇਵੇ। ਮਹਾਰਾਜ ਐਸੇ ਗੁਰੂ ਦੇ ਨਾਲ ਵਾਹਿਗੁਰੂ ਮੈਨੂੰ ਮਿਲਾ ਦਿਓ, ਜੋ ਗੁਰੂ ਮੈਨੂੰ ਸੱਚਾ ਹਰੀ ਨਾਮ ਧਨ ਦੱਸਣ ਅਤੇ ਮੇਰੀ ਇੱਛਾ ਸੰਪੂਰਨ ਹੋ ਜਾਵੇ।
ਬਿਨ ਗੁਰ ਪ੍ਰੇਮ ਨ ਲੱਭਈ, ਜਨ ਵੇਖੋ ਮਨ ਨਿਰਜਾਸ। ਕਹਿੰਦੇ ਹੇ ਪੁਰਸ਼ੋ, ਹੇ ਰੱਬ ਦੇ ਪਿਆਰਿਓ, ਮਨ ਵਿੱਚ ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖ ਲਓ, ਵਿਚਾਰ ਕਰਕੇ ਵੇਖ ਲਓ, ਗੁਰਾਂ ਤੋਂ ਬਿਨਾਂ ਪ੍ਰਭੂ ਦਾ ਪ੍ਰੇਮ ਲੱਭਦਾ ਨਹੀਂ ਹੈ। ਪਰਮੇਸ਼ਰ ਦਾ ਪਿਆਰ, ਪਰਮੇਸ਼ਰ ਦਾ ਪ੍ਰੇਮ ਜਿਹਨੇ ਪ੍ਰਾਪਤ ਕਰਨਾ ਹੈ, ਉਹਨੂੰ ਗੁਰੂ ਦੀ ਭਾਲ ਕਰਨੀ ਪਵੇਗੀ। ਸਤਿਗੁਰਾਂ ਤਾਂ ਹੀ ਕਿਹਾ, ਗੁਰੂ ਵੱਲ ਤੋਂ ਬਿਨਾਂ ਜਿਹੜਾ ਨਗੁਰਾ ਹੈ ਉਹਦਾ ਤੇ ਨਾਂ ਲੈਣਾ ਹੀ ਮਾੜਾ ਹੈ। ਉਹਦੇ ਨਾਲ ਸਾਂਝ ਪਾਉਣੀ, ਉਹਦੇ ਨਾਲ ਰਿਸ਼ਤਾ ਜੋੜਨਾ ਉਦੋਂ ਵੱਡਾ ਪਾਪ ਹੈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਜੋ ਗੁਰੂ ਵਾਲਾ ਹੋਵੇਗਾ ਤੇ ਗੁਰੂ ਨਾਲ ਉਹਦਾ ਪ੍ਰੇਮ ਹੋਵੇਗਾ, ਕਿਤੇ ਢਿੱਲ ਮੱਠ ਆ ਵੀ ਜਾਵੇ ਤੇ ਤਾਂ ਵੀ ਉਹ ਟਿਕਾਣੇ ਜਾ ਕੇ ਡਿੱਗੇਗਾ। ਤੇ ਜਿਹੜਾ ਹੈ ਨਗੁਰਾ, ਭਾਵੇਂ ਚੰਗੀ ਗੱਲ ਵੀ ਹੋਵੇ, ਉਹ ਪੁੱਠੇ ਪਾਸੇ ਨੂੰ ਖੜਦਾ ਹੈ, ਉਹ ਹੋਰ ਪਾਸੇ ਉਸ ਗੱਲ ਨੂੰ ਮੋੜਦਾ ਹੈ। ਗੁਰੂ ਵਾਲਾ ਕਿਤੇ ਵੀ ਚਲਿਆ ਜਾਵੇ, ਮੁਸ਼ਕਿਲ ਵਿੱਚ ਚਲਿਆ ਜਾਵੇ, ਦੁੱਖ ਦੇ ਸਮੇਂ ਵਿੱਚ ਚਲਿਆ ਜਾਵੇ, ਉਹਨੇ ਉੱਥੇ ਵੀ ਗੁਰੂ ਦੀ ਗੱਲ ਚਲਾਉਣੀ ਹੈ, ਉਹਦੀ ਨਿਸ਼ਾਨੀ ਹੁੰਦੀ ਹੈ। ਕਿਉਂਕਿ ਗੁਰਮੁਖ ਉਹ ਹੈ ਜਿਹਦਾ ਹਰ ਵੇਲੇ ਮੁੱਖ ਗੁਰੂ ਵੱਲੇ ਹੈ, ਜਿਹਦੇ ਹਰ ਵੇਲੇ ਮੂੰਹ ਦੇ ਵਿੱਚ, ਮੁੱਖ ਵਿੱਚ ਗੁਰੂ ਦਾ ਚੇਤਾ ਹੈ, ਨਾਮ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਹਰ ਗੁਰ ਵਿੱਚ ਆਪ ਰੱਖਿਆ, ਹਰ ਮੇਲੇ ਗੁਰ ਸਾਬਾਸ। ਗੁਰਾਂ ਦੇ ਵਿੱਚ ਹਰੀ ਨੇ ਆਪਣਾ ਆਪ ਰੱਖਿਆ ਹੋਇਆ ਹੈ। ਮਹਾਰਾਜ ਆਪ ਉਹਨਾਂ ਦੇ ਵਿੱਚ ਵਸਦਾ ਹੈ। ਸਤਿਗੁਰਾਂ ਦੇ ਵਿੱਚ ਗੁਰੂ ਹੀ ਸਾਬਾਸ, ਧੰਤਾ ਜੋਗ ਹਰੀ ਨਾਲ ਮੇਲਦੇ ਹਨ, ਅਤੇ ਜਿਹਦੇ ਨਾਲ ਮੁੜ ਕੇ ਕੋਈ ਵਿਛੜਦਾ ਨਹੀਂ। ਜਿਹਦੀ ਉਹਨੇ ਬਾਂਹ ਫੜ ਲਈ, ਉਹ ਬਾਂਹ ਛੱਡਦਾ ਨਹੀਂ। ਅਤੇ ਕਿਸੇ ਵਿਦਵਾਨ ਦਾ ਕਹਿਣਾ ਹੈ, ਕਹਿੰਦੇ ਸਾਰੇ ਕਹਿੰਦੇ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਬਣ ਜਾਈਏ, ਅਤੇ ਕਹਿੰਦੇ ਬਾਂਹ ਫੜਾਉਣ ਤੋਂ ਪਹਿਲਾਂ ਸੋਚ ਲਓ, ਗੁਰੂ ਨਾਨਕ ਨੂੰ ਬਾਂਹ ਫੜਾ ਕੇ ਮੁੜ ਕੇ ਹੋਰਨਾਂ ਦੇ ਅੱਗੇ ਜਾ ਕੇ ਬਾਹਾਂ ਨਾ ਕਰਿਓ। ਗੁਰੂ ਨਾਨਕ ਦੇ ਅੱਗੇ ਸਿਰ ਝੁਕਾ ਕੇ ਸਿਰ ਥਾਂ ਥਾਂ 'ਤੇ ਨਾ ਸੁੱਟਦੇ ਫਿਰਿਓ। ਇਸ ਕਰਕੇ ਪਹਿਲਾਂ ਸੋਚ ਲਓ। ਗੁਰੂ ਨਾਨਕ ਪਹਿਲਾਂ ਅੰਦਰ ਦਾ ਭਾਂਡਾ ਸਾਫ਼ ਵੇਖ ਕੇ ਕਿਸੇ ਦੀ ਬਾਂਹ ਫੜਦਾ ਹੈ, ਅਤੇ ਜੇ ਉਹ ਬਾਂਹ ਫੜ ਲਵੇ ਅਤੇ ਮੁੜ ਕੇ ਜੀਵ ਕਹਿੰਦਾ ਮੇਰੀ ਬਾਂਹ ਛੱਡ ਦੇਵੇ, ਮੈਂ ਆਪਣੀ ਮਰਜ਼ੀ ਕਰਾਂ, ਮੇਰੇ ਕੋਲੋਂ ਇਹ ਬੋਝ ਚੁੱਕਿਆ ਨਹੀਂ ਜਾਂਦਾ, ਕਿਸੇ ਦੇ ਕਹੇ ਕਹਾਏ ਵੇਖੋ ਵੇਖੀ ਹੋਰ ਪਾਸੇ ਮਨ ਡੋਲਦਾ ਹੈ। ਹੁਣ ਗੁਰੂ ਨਾਨਕ ਨੇ ਫਿਰ ਬਾਂਹ ਛੱਡਣੀ ਨਹੀਂ, ਕਿਉਂਕਿ ਗੁਰੂ ਦਾ ਫਰਜ਼ ਹੈ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਂਹ ਨਾ ਛੋੜੀਏ। ਕਿਉਂਕਿ ਇਸ ਕਰਕੇ ਸਤਿਗੁਰਾਂ ਨੇ ਤਾਂ ਹੀ ਕਥਨ ਕੀਤਾ ਹੈ ਗੁਰਬਾਣੀ ਵਿੱਚ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਮਹਾਰਾਜ ਜੇ ਤੁਸੀਂ ਸਾਡੀ ਬਾਂਹ ਫੜੀ ਹੈ ਅਤੇ ਲਾਜ ਰੱਖੋ, ਹੁਣ ਅਸੀਂ ਤੇਰੇ ਸੇਵਕ ਹਾਂ। ਅਤੇ ਜਿਹੜਾ ਬਾਂਹ ਛਡਾਉਣੀ ਚਾਹੂਗਾ, ਉਹ ਛੱਡਣਾ ਨਾ ਚਾਹੇ ਅਤੇ ਮੋਢਾ ਕਢਾ ਕੇ ਬਹਿ ਜਾਵੇਗਾ, ਫਿਰ ਦੁਖੀ ਹੋ ਜਾਵੇਗਾ। ਉਹ ਅਵਸਥਾ ਗੁਰੂ ਵਾਲੀ ਮੁੜ ਕੇ ਨੂੰ ਕਿਤੇ ਪ੍ਰਾਪਤ ਨਹੀਂ ਹੋਣੀ, ਥਾਂ ਥਾਂ 'ਤੇ ਜਿੱਥੇ ਮਰਜ਼ੀ ਚਲਿਆ ਜਾਵੇ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਪਰਮੇਸ਼ਰ ਨੇ ਗੁਰੂ ਵਿੱਚ ਆਪਣਾ ਆਪ ਰੱਖਿਆ ਹੈ, ਉਹਦੇ ਵਿੱਚ ਵਸਦਾ ਹੈ। ਅਤੇ ਜਿੰਨਾ ਚਿਰ ਉਸ ਐਸੇ ਗੁਰੂ ਨੂੰ ਮਿਲਿਆ ਨਹੀਂ ਜਾਂਦਾ, ਉਹਦੇ ਦਰਸ਼ਨ ਨਹੀਂ ਹੋ ਸਕਦੇ, ਉਹਦੀ ਕਿਰਪਾ ਨਹੀਂ ਪ੍ਰਾਪਤ ਹੁੰਦੀ। ਸਾਗਰ ਭਗਤ ਭੰਡਾਰ ਹਰ, ਪੂਰੇ ਸਤਿਗੁਰ ਪਾਸ। ਹਰੀ ਦੀ ਭਗਤੀ ਰੂਪ ਭੰਡਾਰਾ ਸੰਸਾਰ ਸਾਗਰ ਵਿੱਚ ਪੂਰਿਆਂ ਸਤਿਗੁਰਾਂ ਦੇ ਪਾਸ ਹੈ। ਹੁਣ ਵਾਰ-ਵਾਰ ਸਤਿਗੁਰਾਂ ਨੇ ਕਿਉਂ ਜ਼ਿਕਰ ਕੀਤਾ ਕਿ ਸਾਡੇ ਇਕੱਲੇ ਇਕੱਲੇ ਮਨ ਦੀ ਉਹ ਹਾਲਤ ਜਾਣਦੇ ਹਨ ਕਿ ਸਾਡਾ ਮਨ ਕਿਹੋ ਜਿਹਾ ਹੈ। ਜਿੱਥੇ ਕਿਸੇ ਦੱਸਿਆ ਉਧਰੇ ਤੁਰ ਪਏ। ਜਿਵੇਂ ਕਹਿੰਦੇ ਸ਼ਿਕਾਰੀ, ਵਪਾਰੀ ਅਤੇ ਦੁਖੀ, ਇਹ ਤਿੰਨ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਹਨ, ਜਿੱਧਰ ਕੋਈ ਦੱਸ ਪਾਵੇ ਉਧਰੇ ਚਲੇ ਜਾਂਦੇ ਹਨ। ਅਤੇ ਜਿਹੜੇ ਰੱਬ ਦੇ ਪਿਆਰੇ ਹਨ, ਉਹ ਕਹਿੰਦੇ ਹਨ ਕਰ ਪਰਬਤ ਪੰਖ ਹਲੇ ਨਾ ਹਲਾਏਂਗੇ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿੰਦੇ ਕਲਯੁਗ ਮਿਲਿਆ, ਉਹਨੇ ਕਿਹਾ ਮਹਾਰਾਜ ਮੈਂ ਆਪਣੇ ਸਮੇਂ ਦੇ ਵਿੱਚ, ਆਪਣੇ ਯੁੱਗ ਵਿੱਚ ਇਹੋ ਜਿਹੇ ਸੰਤ ਪੈਦਾ ਕਰ ਦੇਵਾਂਗਾ, ਜਿਹੜੇ ਰਿਧੀਆਂ ਸਿੱਧੀਆਂ ਵਾਲੇ ਲੋਕ ਉਧਰੇ ਭੱਜ ਜਾਣਗੇ ਤੁਹਾਡੇ ਘਰ ਨੂੰ ਛੱਡ ਕੇ। ਮੈਂ ਐਸੇ ਸੰਤ ਬਣਾ ਦੇਵਾਂਗਾ, ਪਖੰਡੀ ਕੰਧ 'ਤੇ ਬਹਿ ਕੇ ਕੰਧ ਭਜਾ ਲੈਣਗੇ, ਰੁੱਖ ਡਾ ਲੈਣਗੇ, ਹੱਥ 'ਤੇ ਖੇਤੀ ਉਗਾ ਕੇ ਵਿਖਾ ਦੇਣਗੇ। ਅਤੇ ਸਤਿਗੁਰਾਂ ਕਿਹਾ ਭਾਈ ਠੀਕ ਹੈ, ਤੇਰਾ ਬਚਨ ਤੇਰਾ ਦੁਨੀਆ ਦੇ ਜੀਵਾਂ 'ਤੇ ਚੱਲੇਗਾ। ਜਿਹੜੇ ਸਾਡੇ ਸਿੱਖ ਹੋਣਗੇ, ਸਿੰਘ ਹੋਣਗੇ, ਸਤਿਗੁਰੂ ਜੀ ਕਹਿੰਦੇ ਜਿਹੜੇ ਪਹਾੜ 'ਤੇ ਭਾਵੇਂ ਖੰਭ ਲਾ ਕੇ ਉੱਡ ਜਾਣ,
ਤੇ ਮੇਰਾ ਸਿੱਖ ਜਿੱਥੇ ਪੈਰ ਧਰ ਲਵੇਗਾ ਉੱਥੋਂ ਪੈਰ ਪਿੱਛੇ ਨਹੀਂ ਪਰਤੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਆਪਣਾ ਸਰੀਰ ਤੇ ਭਾਵੇਂ ਛੱਡ ਜਾਵੇ ਪਰ ਪੈਰ ਪਿੱਛੇ ਨਹੀਂ ਕਰੇਗਾ। ਜਿਵੇਂ ਆਪ ਜਾਣਦੇ ਹੋ, ਬਾਬਾ ਡੋਗਰ ਮਹਾਬਲੀ ਜੀ ਦੀ ਵਿਚਾਰ ਨੂੰ ਉਹਨਾਂ ਦੀ ਮਹਿਮਾ ਦੇ ਵਿੱਚੋਂ ਜ਼ਿਕਰ ਮਿਲਦਾ ਹੈ। ਜਿਵੇਂ ਕਿ ਨਾ ਪਤਾ ਹੋਵੇ ਤੇ ਡੋਗਰ ਪੀਰ ਹੀ ਕਹੀ ਜਾਂਦੇ ਰਹੇ ਹਾਂ, ਪਰ ਜਦੋਂ ਸਤਿਗੁਰਾਂ ਕਿਰਪਾ ਕੀਤੀ, ਮਹਾਂਪੁਰਖਾਂ ਨੇ ਆਪ ਹੀ ਬਿਧ ਬਣਾਈ ਤੇ ਪਤਾ ਲੱਗਾ ਕਿ ਬਾਬਾ ਸਿਲਵਰਾ ਸਾਹਿਬ ਜੀ ਨੇ ਇਹਨਾਂ ਨੂੰ ਮਹਾਬਲੀ ਦਾ ਖਿਤਾਬ ਦਿੱਤਾ। ਗੁਰੂ ਛੇਵੇਂ ਪਾਤਸ਼ਾਹ ਨੇ ਬੇਅੰਤ ਇਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ। ਤੇ ਮਹਾਬਲੀ ਉਹ ਹੁੰਦਾ ਹੈ ਜਿਹੜਾ 10,000 ਸੂਰਮੇ ਨੂੰ ਵੇਖ ਕੇ ਪਿਛਾਂਹ ਨਾ ਹਟੇ, ਜਾਂ ਉਹਨਾਂ ਤੇ ਫਤਿਹ ਪਾ ਲਵੇਗਾ ਜਾਂ ਸ਼ਹੀਦ ਹੋ ਜਾਵੇਗਾ, ਪਰ ਉਹਨਾਂ ਤੋਂ ਡਰਦਾ ਪਿਛਾਂਹ ਨਹੀਂ ਜਾਂਦਾ। ਐਸਾ ਮਹਾਬਲੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹਦੀ ਕਿਰਪਾ ਦੇ ਨਾਲ ਫਿਰ ਕਿਰਪਾ ਹੁੰਦੀ ਹੈ। ਤੇ ਫਿਰ ਐਸਾ ਗੁਰੂ ਜਿਹੜਾ ਹੈ ਉਹਨੂੰ ਛੱਡ ਕੇ ਹੋਰ ਕਿਹੜਾ ਟਿਕਾਣਾ ਲੱਭਣਾ ਹੈ। ਸਤਿਗੁਰ ਤੁਠਾ ਖੋਲ ਦੇ, ਮੁਖ ਗੁਰਮੁਖ ਹਰ ਪਰਗਾਸ। ਜੇਕਰ ਸਤਿਗੁਰ ਦੇਵ ਜੀ ਪ੍ਰਸੰਨ ਹੋ ਕੇ ਉਹ ਭੰਡਾਰਾ ਖੋਲ ਦੇਣ ਤਾਂ ਮੁਖੀ ਗੁਰਾਂ ਦੁਆਰੇ ਹਰੀ ਦਾ ਪ੍ਰਕਾਸ਼ ਹੁੰਦਾ ਹੈ। ਜਿਹੜੇ ਕਹਿੰਦੇ ਰੱਬ ਕਿਹੜਾ ਕਿਸੇ ਵੇਖਿਆ, ਫਿਰ ਐਸੀ ਹਾਲਤ ਬਣ ਜਾਂਦੀ ਹੈ ਕਿ ਪੱਤੇ ਪੱਤੇ ਵਿੱਚ ਰੱਬ ਦਾ ਵਾਸਾ ਦਿਸਦਾ ਹੈ, ਪਾਣੀ ਦੇ ਵਿੱਚ ਰੱਬ ਦਾ ਵਾਸਾ ਦੀਦਾ, ਹਵਾ ਚੱਲਦੀ ਉਹਦੇ ਵਿੱਚ ਉਹਦਾ ਵਾਸਾ ਦੀਦਾ ਹੈ, ਧਰਤੀ ਵਿੱਚ ਉਹਦਾ ਵਾਸਾ ਦੀਦਾ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸਤਿਗੁਰਾਂ ਕਿਹਾ ਪੌਣ ਪਾਣੀ ਬਸੰਤਰ, ਇਹ ਸਾਰੇ ਉਹਦੇ ਜਸ ਗਾ ਰਹੇ ਹਨ, ਇਹਨਾਂ ਦੇ ਵਿੱਚ ਪਰਮੇਸ਼ਰ ਵਸਦਾ ਹੈ। ਇਹ ਫਿਰ ਪਤਾ ਲੱਗਦਾ ਹੈ ਜੋ ਅਵਸਥਾ ਅੱਗੇ ਤੋਂ ਅੱਗੇ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਜਿਨ੍ਹਾਂ ਵੇਖਿਆ ਉਹਨਾਂ ਦੱਸਿਆ ਹੈ। ਮਨਮੁਖ ਭਾਗ ਵਿਹੂਣਿਆ, ਤਿਖ ਮੋਈਆ ਕੰਧੀ ਪਾਸ। ਮਨਮੁਖ ਪੁਰਸ਼ ਭਾਗਾਂ ਤੋਂ ਹੀਣੇ, ਮਾੜੇ ਭਾਗਾਂ ਵਾਲੇ, ਭਾਗਾਂ ਤੋਂ ਖਾਲੀ, ਉਹ ਕੰਧੀ ਕੋਲ ਬੈਠੇ ਹੀ ਧਿਆਏ ਮਰ ਗਏ। ਭਾਵੇਂ ਕੰਢੇ 'ਤੇ ਬੈਠੇ ਹਨ ਪਾਣੀ ਦੇ, ਪਰ ਉਹਨਾਂ ਦੇ ਕਰਮਾਂ 'ਚ ਪਾਣੀ ਨਸੀਬ ਨਹੀਂ ਹੋਇਆ, ਕਿਉਂਕਿ ਭਾਗ ਨਹੀਂ ਸਨ ਉਹਨਾਂ ਦੇ। ਸਤਿਗੁਰੂ ਜੀ ਕਹਿੰਦੇ ਜਿਵੇਂ ਧਿਆਏ ਪੁਰਸ਼ ਭਾਗਾਂ ਤੋਂ ਬਿਨਾਂ ਪਾਣੀ ਕੰਢੇ 'ਤੇ ਬੈਠੇ ਨਹੀਂ ਪੀ ਸਕਦੇ, ਧਿਆਏ ਮਰ ਰਹੇ ਹਨ। ਅਰਥਾਤ ਸੰਤਾਂ ਕੋਲ ਰਹਿੰਦਿਆਂ ਵੀ ਨਾਮ ਅੰਮ੍ਰਿਤ ਨਹੀਂ ਛਕਦੇ, ਸੰਤਾਂ ਦੀ ਗੱਲ ਨਹੀਂ ਮੰਨਦੇ, ਤੇ ਉਹਨਾਂ ਦੇ ਭਾਗ ਕਾਹਦੇ ਚੰਗੇ ਹੋਏ। ਭਾਵੇਂ ਕੋਠੀਆਂ ਪਾ ਲੈਣ, ਭਾਵੇਂ ਵੱਡੇ ਤੋਂ ਵੱਡਾ ਹੀ ਉਹਨਾਂ ਨੂੰ ਤਾਕਤ ਮਿਲ ਜਾਵੇ, ਕਿਸੇ ਲੇਖੇ ਵਿੱਚ ਨਹੀਂ। ਏਕ ਰਤੀ ਬਿਨਾ ਏਕ ਰਤੀ ਕੇ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵੱਡੇ ਭਾਗ ਤੇ ਉਹਦੇ ਹਨ, ਸਿਆਣਾ ਤੇ ਉਹ ਹੈ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਆ। ਜਿਹਨੂੰ ਉਹਦਾ ਹੁਕਮ ਚੰਗਾ ਲੱਗਦਾ ਹੈ, ਜਿਹੜਾ ਉਹਦੇ ਹੁਕਮ 'ਚ ਚੱਲਦਾ ਨਹੀਂ, ਫਿਰ ਆਪਣੀ ਆਜ਼ਾਦੀ ਚਾਹੁੰਦਾ ਹੈ, ਤੇ ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਹੋਵੇਗੀ। ਗੁਰ ਦਾਤਾ ਦਾਤਾਰ ਹੈ, ਹਉ ਮੰਗੋ ਦਾਨ ਗੁਰ ਪਾਸ। ਗੁਰੂ ਸਾਹਿਬ ਜੀ ਦਾਤਿਆਂ ਦੇ ਵੀ ਦਾਤਾਰ ਹਨ। ਇਸੀ ਤੇ ਮੈਂ ਗੁਰਾਂ ਪਾਸੋਂ ਨਾਮ ਦਾਨ ਮੰਗਦਾ ਹਾਂ। ਜਿਹੜੇ ਕਹਿੰਦੇ ਅਸੀਂ ਦੁਨੀਆ ਨੂੰ ਦਾਤਾਂ ਵੰਡਦੇ ਹਾਂ, ਇਹ ਮਹਾਰਾਜ ਕਹਿੰਦੇ ਉਹ ਤੇ ਉਹਨਾਂ ਨੂੰ ਦਾਤਾਂ ਦੇਣ ਵਾਲਾ ਵੀ ਉਹ ਆਪ ਦਾਤਾ ਹੈ, ਜਿਹਦਾ ਆਪ ਕਿਸੇ ਕੋਲੋਂ ਮੰਗਦਾ ਨਹੀਂ। ਦਾਤਾ ਉਹ ਨਾ ਆਖੀਏ ਫਿਰ ਮੰਗਣ ਜਾਈਏ, ਹੋਸ਼ਾ ਸ਼ਾਹ ਨਾ ਸੇਵੀਏ ਫਿਰ ਪਛੋਤਾਈਏ। ਮਾੜੇ ਸ਼ਾਹ ਕੋਲੋਂ ਕੋਈ ਪੈਸੇ ਲੈ ਲਵੇ, ਭੁੱਖਾ ਜਿਹੜਾ ਸ਼ਾਹ ਬਣਿਆ ਹੈ, ਤੇ ਉਹਨੂੰ ਕੋਈ ਪੈਸੇ ਛੇਤੀ ਨਾ ਆਪਣੇ ਸਮੇਂ 'ਤੇ ਦੇਵੇ, ਤੇ ਉਹਦਾ ਜਿਹੜਾ ਹੈ ਅੰਤ ਸਮਾਂ ਆਉਣ ਵਾਲਾ ਜਾਪਣ ਲੱਗ ਪੈਂਦਾ ਹੈ। ਉਹਦਾ ਇਹ ਜਾਪਦਾ ਹਾਲ ਕਿ ਪ੍ਰਾਣ ਨਹੀਂ ਇਹਦੇ ਵਿੱਚ ਰਹਿਣੇ, ਜੇ ਨਾ ਦਿੱਤੇ ਤੇ ਇੰਨਾ ਕਾਹਲ ਪੈ ਜਾਂਦਾ ਹੈ। ਤੇ ਜਿਹੜਾ ਜੇਰੇ ਵਾਲਾ ਹੋਵੇਗਾ ਉਹ ਕਹਿੰਦਾ ਕੋਈ ਨਹੀਂ, ਜੇ ਮੇਰੇ ਹੋਏ ਤੇ ਕਿਤੇ ਜਾਣੇ ਨਹੀਂ। ਇਸ ਕਰਕੇ ਜਿਹੜਾ ਦਾਤਾ ਪਰਮੇਸ਼ਰ ਹੈ, ਜਿਹੜਾ ਸਾਰਿਆਂ ਨੂੰ ਆਪ ਦਿੰਦਾ, ਆਪ ਕਿਸੇ ਕੋਲੋਂ ਮੰਗਦਾ ਨਹੀਂ, ਅਸਲ ਦਾਤਾ ਉਹ ਹੈ। ਗੁਰ ਦਾਤਾ ਦਾਤਾਰ ਹੈ, ਹਉ ਮੰਗੋ ਦਾਨ ਗੁਰ ਪਾਸ। ਇਸ ਲਈ ਗੁਰੂ ਸਾਹਿਬ ਜੀ ਦਾਤਿਆਂ ਦੇ ਵੀ ਦਾਤਾਰ ਹਨ। ਇਸੀ ਤੇ ਮੈਂ ਗੁਰਾਂ ਪਾਸੋਂ ਨਾਮਦਾਨ ਮੰਗਦਾ ਹਾਂ। ਚਿਰੀ ਵਿਸ਼ੁੰਨਾ ਮੇਲ ਪ੍ਰਭ, ਮੈਂ ਮਨ ਤਨ ਵਡੜੀ ਆਸ। ਹੇ ਗੁਰੂ, ਚਿਰੰਕਾਲ ਦੇ ਵਿਛੜੇ ਹੋਏ ਪ੍ਰਭੂ ਨਾਲ ਮੈਨੂੰ ਮੇਲ ਦਿਓ। ਮੇਰੇ ਮਨ ਤਨ ਵਿੱਚ ਵੱਡੀ ਆਸਾ ਲੱਗ ਰਹੀ ਹੈ। ਪਤਾ ਨਹੀਂ ਕਿੰਨਾ ਇਹ ਜਨਮ ਹੋ ਗਏ, ਕਿੰਨਾ ਸਮਾਂ ਹੋ ਗਿਆ ਵਿਛੜਿਆਂ ਨੂੰ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ,
ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਕਦੋਂ ਹੋਣਗੇ ਦਿਦਾਰੇ ਤੇਰੇ, ਜੁਗਾਂ ਦੇ ਸਮਾਨ ਬੀਤ ਗਏ। ਮਹਾਰਾਜ ਇੱਕ ਘੜੀ ਤੈਨੂੰ ਨਾ ਮਿਲੀਏ ਤੇ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ ਲੱਗਦਾ ਹੈ, ਤੇ ਜਿਹੜੇ ਕਦੇ ਵੀ ਅਸੀਂ ਚੇਤੇ ਨਹੀਂ ਕਰਦੇ ਸਾਡਾ ਕੀ ਬਣੇਗਾ। ਸਤਿਗੁਰੂ ਜੀ ਕਹਿੰਦੇ ਮਹਾਰਾਜ ਕਿਰਪਾ ਕਰ, ਸਾਨੂੰ ਚਿਰਾਂ ਦੇ ਵਿਛੜਿਆਂ ਨੂੰ ਆਪਣੇ ਨਾਲ ਮਿਲਾ ਲੈ। ਸਾਨੂੰ ਪਤਾ ਲੱਗਾ ਸੰਗਤ ਦੇ ਵਿੱਚੋਂ ਜਿਹੜੀ ਸੱਚੀ ਸੰਗਤ ਹੈ ਕਿ ਜਿਨ੍ਹਾਂ 'ਤੇ ਤੂੰ ਤਰਸ ਕਰ ਲੈਂਦਾ ਹੈ, ਉਹਨਾਂ ਦੇ ਫਿਰ ਔਗਣਾਂ ਨੂੰ ਨਹੀਂ ਚਿਤਾਰਦਾ, ਉਹਨਾਂ ਨੂੰ ਸਿੱਧੇ ਰਾਹ ਪਾ ਦਿੰਦਾ ਹੈ। ਸੋ ਗੁਰੂ ਕੀ ਸਾਧ ਸੰਗਤ ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਹੋ ਰਹੀ ਹੈ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਧੰਨ ਪਾਤਸ਼ਾਹ ਚੌਥੇ ਸਤਿਗੁਰੂ ਜੀ ਇਸ ਸ਼ਬਦ ਦੀ ਇੱਥੇ ਸੰਪੂਰਨਤਾ ਕੀਤੀ ਹੈ। ਗੁਰ ਭਾਵੇ ਸੁਣ ਬੇਨਤੀ, ਜਨ ਨਾਨਕ ਕੀ ਅਰਦਾਸ। ਗੁਰ ਭਾਵੇ ਸੁਣ ਬੇਨਤੀ, ਜਨ ਨਾਨਕ ਕੀ ਅਰਦਾਸ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਕਿਰਪਾ ਕਰਦੇ ਹੈ ਗੁਰੂ, ਆਪ ਜੀ ਨੂੰ ਭਾਵੇ ਤਾਂ ਮੇਰੀ ਬੇਨਤੀ ਸੁਣੋ। ਮੈਂ ਸੇਵਕ ਜਾਣਦੀ ਤਾਂ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਹੈ। ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਾ ਤੇਰੀ ਰਾਸ। ਮਹਾਰਾਜ ਤੂੰ ਸਾਡਾ ਠਾਕਰ ਹੈ, ਮਾਲਕ ਹੈ, ਤੇਰੇ ਗਾੜੀ ਅਰਦਾਸ ਹੈ। ਇਹ ਸਰੀਰ ਤੇ ਪ੍ਰਾਣ ਇਹ ਸਭ ਕੁਝ ਤੂੰ ਬਖਸ਼ਿਆ ਹੈ, ਤੇ ਤੇਰਾ ਅੰਤ ਕੋਈ ਨਹੀਂ ਜਾਣਦਾ। ਤੂੰ ਉੱਚੇ ਤੋਂ ਉੱਚਾ ਹੈ। ਅਸੀਂ ਕਈ ਵਾਰ ਇਹ ਵੀ ਕਹਿੰਦੇ ਨੇ ਉੱਚੇ ਸੇ ਉੱਚਾ ਭਗਵੰਤ, ਪਰ ਬਾਣੀ ਵਿੱਚ ਸੇ ਨਹੀਂ ਲਿਖਿਆ, ਤੇ ਲਿਖਿਆ ਹੈ। ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਮਹਾਰਾਜ ਜੋ ਵੀ ਮਰਜ਼ਾਦਾ ਬਣੀ ਹੈ ਸੰਸਾਰ 'ਤੇ, ਇਹ ਤੇਰੀ ਕਿਰਪਾ ਦੇ ਵਿੱਚ ਹੀ ਸੂਤ ਦੇ ਵਿੱਚ ਪਰੋਤੀ ਹੋਈ ਹੈ। ਜਿਹੜੀ ਤੇਰੀ ਆਗਿਆ ਨੂੰ ਮੰਨਦੇ ਹਨ, ਜਿਹੜੀ ਵੀ ਰੂਹ ਮੰਨਦੀ ਹੈ, ਉਹ ਤੇਰੀ ਆਗਿਆਕਾਰੀ ਬਣ ਜਾਂਦੀ ਹੈ। ਤੁਮਰੀ ਗਤ ਮਿਤ ਤੁਮ ਹੀ ਜਾਣੇ, ਨਾਨਕ ਦਾਸ ਸਦਾ ਕੁਰਬਾਨੀ। ਤੇਰਾ ਅੰਤ ਨਹੀਂ ਪਾ ਸਕਦੇ, ਤੇਰੇ ਅੱਗੇ ਬੇਨਤੀ ਹੈ। ਤੂੰ ਆਪਣੀ ਮਹਿਮਾ ਨੂੰ ਆਪ ਹੀ ਜਾਣਦਾ ਹੈ, ਤੇਰੇ ਤੋਂ ਸਦਾ ਬਲਿਹਾਰ ਜਾਣਾ ਕਰੀਏ, ਤੇ ਜਿਹਦੇ ਤੋਂ ਕਿਰਪਾ ਕਰੇ ਉਹਨੂੰ ਤੂੰ ਸਭ ਕੁਝ ਸੋਝੀ ਬਖਸ਼ ਦਿੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਅੱਜ ਦੀ ਵਿਚਾਰ ਦੀ ਇੱਥੇ ਹੀ ਵਿਸਰਾਮਤਾ ਹੈ। ਮਹਾਰਾਜ ਕਿਰਪਾ ਕਰਨ ਇੰਨੇ ਸਮੇਂ 'ਚ ਇਸ ਮੂਰਖ ਪਾਪੀ ਜੀਵ ਕੋਲੋਂ ਇਹਨਾਂ ਕੁਝ ਕਹਿੰਦਿਆਂ ਹੋਇਆਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਿਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ। ਪੜ੍ਹਦੇ ਸੁਣਦੇ ਲਾਹੇਵੰਦ ਹੋਣ, ਧਰਮ ਦਾ ਪੰਥ ਦਾ ਵਾਧਾ ਹੋਏ। ਸਤਿਗੁਰੂ ਜੀ ਆਪਣੇ ਸਿੱਖ ਸੇਵਕਾਂ ਦੀ ਚੜ੍ਹਦੀ ਕਲਾ ਕਰਨ, ਕਿਰਪਾ ਕਰਨ, ਦਇਆ ਕਰਨ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।